ਹੈਲੋ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੀ ਅੱਜ ਦੀ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਅੱਜ ਦੀ ਕਹਾਣੀ ਹੈ ਧੀਆਂ ਨਾਲ ਨਫ਼ਰਤ। 5 ਧੀਆਂ ਦੀ ਮਾਂ ਬਣਨਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ। ਸਭ ਤੋਂ ਵੱਧ ਮੁਸੀਬਤ ਉਦੋਂ ਵੱਧ ਜਾਂਦੀ ਹੈ ਜਦੋਂ ਪਤੀ ਆਪ ਹੀ ਆਪਣੀਆਂ ਧੀਆਂ ਨਾਲ ਨਫ਼ਰਤ ਕਰਦਾ ਹੈ। ਜਦੋਂ ਮੇਰੀ ਪਹਿਲੀ ਧੀ ਦਾ ਜਨਮ ਹੋਇਆ ਤਾਂ ਸਹੁਰਿਆਂ ਨੇ ਝੂਠੀਆਂ ਵਧਾਈਆਂ ਦਿੱਤੀਆਂ, ਪਰ ਇੱਕ ਤੋਂ ਬਾਅਦ ਇੱਕ ਧੀਆਂ ਦੇ ਜਨਮ ਨਾਲ ਸਹੁਰਿਆਂ ਨੇ ਮੇਰਾ ਜੀਣਾ ਔਖਾ ਕਰ ਦਿੱਤਾ। ਸ਼ਾਇਦ ਜਿਸ ਪਿੰਡ ਵਿੱਚ ਮੈਂ ਰਹਿੰਦੀ ਸੀ ਉੱਥੇ ਔਰਤ ਦੀ ਇੱਜ਼ਤ ਤਾਂ ਹੀ ਹੁੰਦੀ ਸੀ ਜੇ ਉਹ ਧੀਆਂ ਦੇ ਨਾਲ ਪੁੱਤਰ ਦੀ ਵੀ ਮਾਂ ਬਣੇ। ਜਦੋਂ ਮੇਰੀ ਚੌਥੀ ਧੀ ਦਾ ਜਨਮ ਹੋਇਆ ਤਾਂ ਮੇਰੇ ਪਤੀ ਨੇ ਉਸ ਨੂੰ ਵੇਖਣਾ ਵੀ ਵਿਅਰਥ ਸਮਝਿਆ ਤੇ ਮੇਰੀ ਸੱਸ ਮੈਨੂੰ ਹਸਪਤਾਲ ਵਿੱਚ ਇਕੱਲਾ ਛੱਡ ਕੇ ਘਰ ਵਾਪਸ ਆ ਗਈ। ਜਦੋਂ ਮੇਰੀ ਤਬੀਅਤ ਠੀਕ ਹੋ ਗਈ ਤਾਂ ਮੈਂ ਆਪ ਹੀ ਆਪਣੀ ਫੁੱਲ ਵਰਗੀ ਧੀ ਨਾਲ ਘਰ ਵੱਲ ਤੁਰ ਪਈ। ਜਦੋਂ ਮੈਂ ਹਸਪਤਾਲ ਤੋਂ ਬਾਹਰ ਨਿਕਲੀ ਤਾਂ ਬਾਹਰ ਇੱਕ ਗਰੀਬ ਮਜ਼ਦੂਰ ਔਰਤ ਬੈਠੀ ਸੀ ਜੋ ਮੈਨੂੰ ਦੇਖ ਕੇ ਖੁਸ਼ ਹੋ ਗਈ ਤੇ ਬੱਚੀ ਨੂੰ ਮੰਗਣ ਲੱਗੀ। ਜਦੋਂ ਮੈਂ ਬੱਚੀ ਨੂੰ ਦਿੱਤਾ ਤਾਂ ਉਸਨੇ ਕਿਹਾ, ਚਿੰਤਾ ਨਾ ਕਰੋ, ਇੱਕ ਦਿਨ ਤੁਹਾਡਾ ਪਤੀ ਤੁਹਾਨੂੰ ਜ਼ਰੂਰ ਸਵੀਕਾਰ ਕਰੇਗਾ। ਮੈਂ ਥੋੜਾ ਜਿਹਾ ਮੁਸਕਰਾਈ। ਘਰ ਆਉਂਦਿਆਂ ਹੀ ਮੇਰੇ ਤੇ ਮੁਸੀਬਤ ਆ ਗਈ। ਪਤੀ ਨੇ ਮੇਰੇ ਥੱਪੜ ਮਾਰ ਕੇ ਮੇਰਾ ਸਵਾਗਤ ਕੀਤਾ। ਸੱਸ ਨੇ ਮੇਰੀ ਧੀ ਨੂੰ ਮੇਰੇ ਕੋਲੋਂ ਖੋਹ ਕੇ ਸੁੱਟਣ ਦੇ ਅੰਦਾਜ਼ ਵਿੱਚ ਮੰਜੇ ਤੇ ਪਾ ਦਿੱਤਾ ਤੇ ਕੰਮ ਕਰਨ ਲਈ ਕਹਿਣ ਲੱਗੀ। ਮੇਰੀ ਜਿਠਾਣੀ ਜੋ 3 ਮੁੰਡਿਆਂ ਦੀ ਮਾਂ ਸੀ, ਉਹ ਹਰ ਗੱਲ ਤੇ ਮੁੰਡਿਆਂ ਦੀ ਮਾਂ ਹੋਣ ਦਾ ਮਾਣ ਕਰਦੀ ਸੀ। ਮੈਂ ਚੁੱਪਚਾਪ ਸਬਰ ਦੇ ਘੁੱਟ ਭਰ ਲੈਂਦੀ। ਜ਼ਿੰਦਗੀ ਇਸੇ ਤਰ੍ਹਾਂ ਲੰਘਣ ਲੱਗੀ। ਮੇਰੀਆਂ ਧੀਆਂ ਨੂੰ ਪਿਤਾ ਦਾਦੇ ਦਾਦੀ ਦਾ ਪਿਆਰ ਨਹੀਂ ਮਿਲਿਆ। ਮੈਂ ਅਕਸਰ ਸੋਚਦੀ ਸੀ ਕਿ ਧੀਆਂ ਵੀ ਰੱਬ ਨੇ ਬਣਾਈਆਂ ਨੇ। ਸਭ ਕੁਝ ਰੱਬ ਦੇ ਹੱਥ ਵਿੱਚ ਹੁੰਦਾ ਹੈ। ਜਿਸ ਨੂੰ ਚਾਹੇ ਪੁੱਤਰ ਦੇਵੇ, ਜਿਸ ਨੂੰ ਚਾਹੇ ਧੀ ਦੇਵੇ। ਫਿਰ ਇਸ ਵਿੱਚ ਔਰਤ ਨੂੰ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ? ਸਮਾਂ ਇਸੇ ਤਰ੍ਹਾਂ ਹੌਲੀ-ਹੌਲੀ ਲੰਘਦਾ ਗਿਆ ਤੇ ਮੈਂ ਦੁਬਾਰਾ ਗਰਭਵਤੀ ਹੋ ਗਈ। 4 ਧੀਆਂ ਤੋਂ ਬਾਅਦ ਹੁਣ ਮੇਰੀ ਵੀ ਇਹੀ ਸੋਚ ਸੀ ਕਿ ਰੱਬ ਮੈਨੂੰ ਇੱਕ ਪੁੱਤਰ ਦੇ ਦੇਵੇ ਤਾਂ ਕਿ ਇਸ ਵਾਰ ਮੈਂ ਆਪਣੇ ਸੱਸ ਤੇ ਪਤੀ ਦੇ ਭਰੋਸੇ ਤੇ ਪੂਰੀ ਤਰ੍ਹਾਂ ਖਰੀ ਉਤਰ ਸਕਾਂ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਮੇਰੇ ਮਨ ਅੰਦਰਲਾ ਡਰ ਵੱਧਦਾ ਗਿਆ। ਮੇਰੇ ਪਤੀ ਮੁੰਬਈ ਕੰਮ ਕਰਦੇ ਸੀ। ਇਸ ਵਾਰ ਉਹਨਾਂ ਨੇ ਮੈਨੂੰ ਸਾਫ਼ ਕਿਹਾ ਸੀ ਕਿ ਜੇਕਰ ਤੂੰ ਇਸ ਵਾਰ ਵੀ ਲੜਕੀ ਨੂੰ ਜਨਮ ਦਿੱਤਾ ਤਾਂ ਮੈਂ ਤੈਨੂੰ ਤਲਾਕ ਦੇ ਦਿਆਂਗਾ। ਉਹਨਾਂ ਦੀ ਇਹ ਧਮਕੀ ਨਾਲ ਮੇਰਾ ਸਰੀਰ ਕੰਬਣ ਲੱਗਾ। ਮੈਂ ਸਾਰਾ ਦਿਨ ਰੋਂਦੀ ਰਹਿੰਦੀ ਸੀ ਕਿ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ, ਪਰ ਸ਼ਾਇਦ ਮੇਰੀਆਂ ਮੁਸੀਬਤਾਂ ਹਜੇ ਖਤਮ ਨਹੀਂ ਹੋਈਆਂ ਸੀ। ਉਸ ਰਾਤ ਹਸਪਤਾਲ ਵਿੱਚ ਜਦੋਂ ਮੈਨੂੰ ਹੋਸ਼ ਆਈ ਤਾਂ ਨਰਸ ਮੇਰੇ ਸਿਰ ਕੋਲ ਖੜੀ ਸੀ। ਮੈਨੂੰ ਹੋਸ਼ ਵਿੱਚ ਆਉਂਦਿਆਂ ਵੇਖ ਕੇ ਮੁਸਕਰਾਉਂਦੀ ਹੋਈ ਬੋਲੀ, ਮੁਬਾਰਕ ਹੋ, ਤੁਸੀਂ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ। ਉਸਦੇ ਇਸ ਬੋਲਾਂ ਨੇ ਮੈਨੂੰ ਸਦਮੇ ਵਿੱਚ ਪਾ ਦਿੱਤਾ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਇੱਕ ਵਾਰ ਫਿਰ ਮੈਨੂੰ ਤੇ ਮੇਰੀ ਧੀ ਨੂੰ ਇੱਕ ਖਤਰਨਾਕ ਪਾਪ ਦੀ ਸਜ਼ਾ ਮਿਲਣ ਵਾਲੀ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੇਰੇ ਸਾਹ ਇੱਥੇ ਹੀ ਰੁਕ ਜਾਣ ਤੇ ਮੈਂ ਇਸ ਮੁਸੀਬਤ ਤੋਂ ਬਚ ਜਾਵਾਂ, ਪਰ ਇਹ ਸੰਭਵ ਨਹੀਂ ਸੀ। ਉਹ ਛੋਟੀ ਗੁੱਡੀ ਰੋ ਰਹੀ ਸੀ ਤੇ ਮੈਂ ਉਸ ਨੂੰ ਜੱਫੀ ਪਾ ਕੇ ਰੋ ਰਹੀ ਸੀ। ਕਾਸ਼ ਉਹ ਕਿਸੇ ਹੋਰ ਦੇ ਘਰ ਜਨਮ ਲੈ ਲੈਂਦੀ ਤੇ ਇੱਥੇ ਪੁੱਤ ਦਾ ਚਿਹਰਾ ਮੇਰੀ ਗੋਦੀ ਵਿੱਚ ਪਾ ਦਿੱਤਾ ਜਾਂਦਾ, ਪਰ ਮੈਂ ਰੱਬ ਦੀ ਰਜ਼ਾ ਵਿੱਚ ਸਹਿਮਤ ਸੀ। ਇਹ 5 ਫੁੱਲ ਮੇਰੇ ਲਈ ਮੇਰੀ ਜਾਨ ਤੋਂ ਵੱਧ ਪਿਆਰੇ ਸੀ, ਪਰ ਹੁਣ ਮੈਂ ਆਪਣੇ ਪਤੀ ਤੇ ਸੱਸ ਤੋਂ ਤੰਗ ਆ ਚੁੱਕੀ ਸੀ। ਹਸਪਤਾਲ ਦੇ ਬਾਹਰ ਬੈਠੀ ਔਰਤ ਨੇ ਮੇਰੀ ਹਾਲਤ ਦੇਖ ਕੇ ਇਸ ਵਾਰ ਬੱਚੀ ਦੀ ਮੰਗ ਹੀ ਨਹੀਂ ਕੀਤੀ, ਸਗੋਂ ਮੇਰੇ ਲਈ ਅਰਦਾਸ ਕੀਤੀ ਤੇ ਕਿਹਾ, ਰੱਬ ਤੋਂ ਆਸ ਕਦੇ ਨਾ ਛੱਡੋ, ਬਹੁਤ ਜਲਦੀ ਤੁਹਾਡੇ ਵੀ ਦਿਨ ਬਦਲ ਜਾਣਗੇ। ਮੈਂ ਆਪਣੇ ਦਿਲ ਵਿੱਚ ਦਰਦ ਦਾ ਡੂੰਘਾ ਸਾਹ ਲੈਂਦਿਆਂ ਆਪਣਾ ਸਿਰ ਹਿਲਾਇਆ। ਰਾਤ ਦੇ 9 ਵੱਜ ਚੁੱਕੇ ਸੀ ਜਦੋਂ ਮੈਂ ਰਿਕਸ਼ੇ ਵਿੱਚ ਘਰ ਪਹੁੰਚੀ। ਮੇਰਾ ਸਾਰਾ ਸਰੀਰ ਕੰਬ ਰਿਹਾ ਸੀ। ਮੈਂ ਦਰਵਾਜ਼ੇ ਕੋਲ ਜਾਣ ਦੀ ਹਿੰਮਤ ਕੀਤੀ। 1 ਵਾਰ 2 ਵਾਰ ਇੱਥੋਂ ਤੱਕ ਕਿ 1 ਘੰਟਾ ਵੀ ਲੰਘ ਗਿਆ ਸੀ, ਪਰ ਕਿਸੇ ਨੇ ਆ ਕੇ ਦਰਵਾਜ਼ਾ ਨਹੀਂ ਖੋਲ੍ਹਿਆ।
ਅੰਦਰੋਂ ਮੇਰੀਆਂ ਧੀਆਂ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਹਨੇਰਾ ਬਹੁਤ ਹੋ ਚੁੱਕਾ ਸੀ, ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮੈਂ ਵੀ ਦਰਵਾਜ਼ੇ ਕੋਲ ਬੈਠੀ ਰੋ ਰਹੀ ਸੀ। ਅੱਧੀ ਰਾਤ ਨੂੰ ਮੈਂ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣੀ ਤਾਂ ਮੈਂ ਝੱਟ ਉੱਠ ਕੇ ਖੜੀ ਹੋ ਗਈ। ਦਰਵਾਜ਼ਾ ਮੇਰੀ ਵੱਡੀ ਧੀ ਨੇ ਖੋਲ੍ਹਿਆ ਸੀ। ਮੈਂ ਤੁਰੰਤ ਅੰਦਰ ਆਈ ਤੇ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਪਈ। ਮੇਰੀ ਗੈਰ ਮੌਜੂਦਗੀ ਵਿੱਚ ਪਤਾ ਨਹੀਂ ਚਾਰਾਂ ਨੇ ਕਿਹੜੇ ਜ਼ੁਲਮ ਬਰਦਾਸ਼ਤ ਕੀਤੇ ਹੋਣਗੇ। ਮੇਰਾ ਪਤੀ ਬੇਪਰਵਾਹ ਹੋ ਕੇ ਸੌਂ ਰਿਹਾ ਸੀ। ਮੈਂ ਵੀ ਚੁੱਪਚਾਪ ਆਪਣੀ ਪੰਜਵੀਂ ਧੀ ਨਾਲ ਕਮਰੇ ਵਿੱਚ ਸੌਂ ਗਈ। ਕਮਜ਼ੋਰੀ ਤੇ ਥਕਾਨ ਨਾਲ ਮੈਂ ਜਲਦੀ ਹੀ ਗੂੜੀ ਨੀਂਦ ਵਿੱਚ ਸੌਂ ਗਈ। ਮੇਰੀਆਂ ਅੱਖਾਂ ਉਦੋਂ ਖੁੱਲੀਆਂ ਜਦੋਂ ਮੇਰੇ ਪਤੀ ਰਮੇਸ਼ ਨੇ ਮੈਨੂੰ ਵਾਲਾਂ ਤੋਂ ਫੜ ਕੇ ਉਠਾਇਆ ਤੇ ਮੈਂ ਉਸ ਦਾ ਗੁੱਸਾ ਪਹਿਲੀ ਵਾਰ ਵੇਖਿਆ ਸੀ। ਮੈਂ ਡਰ ਗਈ। ਮੈਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਮੈਨੂੰ ਮਾਰ ਦੇਵੇਗਾ। ਰਮੇਸ਼ ਮੈਨੂੰ ਘਸੀਟਦਾ ਹੋਇਆ ਕਮਰੇ ਤੋਂ ਬਾਹਰ ਲੈ ਗਿਆ। ਇਹ ਸਭ ਕੁਝ ਦੇਖ ਕੇ ਮੇਰੀਆਂ ਧੀਆਂ ਰੋਣ ਲੱਗ ਪਈਆਂ ਤੇ ਮੇਰੀ ਸੱਸ ਨੇ ਉਹਨਾਂ ਨੂੰ ਝਿੜਕ ਕੇ ਚੁੱਪ ਕਰਾਉਣਾ ਸ਼ੁਰੂ ਕਰ ਦਿੱਤਾ। ਮੇਰੇ ਪਤੀ ਨੇ ਕਿਹਾ ਕਿ ਤੂੰ ਕਿਸ ਦੇ ਕਹਿਣ ਤੇ ਇਸ ਘਰ ਵਿੱਚ ਦਾਖਲ ਹੋਈ ਏ? ਮੇਰੇ ਘਰ ਦੇ ਦਰਵਾਜ਼ੇ ਹੁਣ ਤੇਰੇ ਲਈ ਬੰਦ ਨੇ। ਆਪਣੀਆਂ ਧੀਆਂ ਨੂੰ ਲੈ ਕੇ ਮੇਰੇ ਘਰੋਂ ਨਿਕਲ ਜਾ। ਮੇਰੀ ਸੱਸ ਨੇ ਮੇਰੀਆਂ ਧੀਆਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਮੈਂ ਹੱਥ ਜੋੜ ਕੇ ਉਸ ਦੇ ਪੈਰੀਂ ਪੈ ਗਈ। ਇਹ ਘਰ ਮੇਰਾ ਸਭ ਕੁਝ ਹੈ। ਮੈਂ ਆਪਣੀਆਂ 5 ਧੀਆਂ ਨਾਲ ਕਿੱਥੇ ਜਾਵਾਂਗੀ? ਮੇਰੇ ਪਤੀ ਘਰ ਵਿੱਚੋਂ ਬਾਹਰ ਚਲੇ ਗਏ ਸੀ। ਮੈਂ ਆਪਣੀਆਂ ਧੀਆਂ ਨਾਲ ਉੱਥੇ ਦਰਵਾਜ਼ੇ ਤੇ ਬੈਠੀ ਰੋ ਰਹੀ ਸੀ। ਉਦੋਂ ਮੈਨੂੰ ਆਪਣੀ ਸੱਸ ਦੀ ਚੀਕਣ ਦੀ ਆਵਾਜ਼ ਸੁਣੀ ਤੇ ਫਿਰ ਆਪਣੀ ਪਤੀ ਦੀ ਆਵਾਜ਼ ਸੁਣ ਕੇ ਮੈਨੂੰ ਕਿਸੇ ਹਾਦਸੇ ਦਾ ਅਹਿਸਾਸ ਹੋਇਆ। ਮੇਰੀ ਸੱਸ ਤਿਲਕ ਕੇ ਡਿੱਗ ਪਈ ਸੀ ਤੇ ਉਸ ਦਾ ਸਿਰ ਕਿਸੇ ਚੀਜ਼ ਵਿੱਚ ਵੱਜ ਕੇ ਪਾੜ ਗਿਆ ਸੀ। ਮੇਰਾ ਪਤੀ ਘਬਰਾਹਟ ਵਿੱਚ ਰੋਣ ਲੱਗ ਪਿਆ ਸੀ ਤੇ ਉਸ ਨੂੰ ਡਾਕਟਰ ਕੋਲ ਲੈ ਗਿਆ। ਪਰ ਕੁਝ ਸਮੇਂ ਬਾਅਦ ਬਹੁਤ ਹੀ ਬੁਰੀ ਖਬਰ ਮਿਲੀ ਕਿ ਮੇਰੀ ਸੱਸ ਦੇ ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਭਾਵੇਂ ਮੇਰੇ ਪਤੀ ਨੇ ਮੇਰੇ ਨਾਲ ਤੇ ਮੇਰੀਆਂ ਧੀਆਂ ਨਾਲ ਚੰਗਾ ਸਲੂਕ ਨਹੀਂ ਕੀਤਾ, ਪਰ ਉਸ ਸਮੇਂ ਉਸ ਨੂੰ ਮੁਸੀਬਤ ਵਿੱਚ ਦੇਖ ਕੇ ਮੈਂ ਉਸ ਦਾ ਦੁੱਖ ਸਾਂਝਾ ਕਰਨ ਲੱਗ ਪਈ। ਦੂਰੋਂ ਦੂਰੋਂ ਰਿਸ਼ਤੇਦਾਰ ਆ ਰਹੇ ਸੀ, ਇਸ ਕਰਕੇ ਮੇਰੇ ਪਤੀ ਨੇ ਮੈਨੂੰ ਦੁਬਾਰਾ ਘਰ ਛੱਡਣ ਦੀ ਗੱਲ ਨਹੀਂ ਕੀਤੀ। ਸਮਾਂ ਬੀਤਦਾ ਗਿਆ ਤੇ ਰਮੇਸ਼ ਦਾ ਵਿਵਹਾਰ ਪਹਿਲਾਂ ਨਾਲੋਂ ਬਿਹਤਰ ਹੋ ਗਿਆ। ਲੋੜ ਪੈਣ ਤੇ ਉਹ ਮੇਰੇ ਨਾਲ ਗੱਲਾਂ ਕਰਦਾ ਸੀ, ਪਰ ਆਪਣੀਆਂ ਧੀਆਂ ਨੂੰ ਇੱਕ ਨਜ਼ਰ ਵੀ ਵੇਖਣ ਦੀ ਖੇਚਲ ਨਹੀਂ ਕਰਦਾ ਸੀ। ਹੁਣ ਮੇਰੇ ਸਿਰ ਤੇ ਇੱਕ ਹੋਰ ਖਤਰਾ ਆ ਗਿਆ ਸੀ ਕਿ ਉਹ ਪੁੱਤਰ ਦੀ ਇੱਛਾ ਵਿੱਚ ਦੂਜੀ ਵਾਰ ਵਿਆਹ ਕਰਵਾ ਲਵੇ। ਮੇਰੀ ਬੇਚੈਨੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਤੇ ਇੱਕ ਦਿਨ ਆਇਆ ਜਦੋਂ ਮੇਰੀ ਸੋਚ ਸਹੀ ਸਾਬਤ ਹੋਈ। ਮੇਰੇ ਪਤੀ ਨੇ ਮੇਰੇ ਕੋਲ ਆ ਕੇ ਗੰਭੀਰ ਲਹਿਜੇ ਵਿੱਚ ਕਿਹਾ, ਮੰਮੀ ਨੂੰ ਗੁਜ਼ਰੇ 3 ਮਹੀਨੇ ਹੋ ਗਏ ਨੇ ਤੇ ਹੁਣ ਮੈਨੂੰ ਵਾਪਸ ਮੁੰਬਈ ਵੀ ਜਾਣਾ ਪਵੇਗਾ। ਮੈਂ ਮੁੰਬਈ ਜਾਣ ਤੋਂ ਪਹਿਲਾਂ ਦੂਜਾ ਵਿਆਹ ਕਰਨਾ ਚਾਹੁੰਦਾ ਹਾਂ, ਕਿਉਂਕਿ ਤੁਸੀਂ ਧੀਆਂ ਨੂੰ ਜਨਮ ਦੇਣ ਵਾਲੀ ਮਸ਼ੀਨ ਬਣ ਗਏ ਹੋ। ਮੇਰੀ ਮਾਂ ਵੀ ਆਪਣੇ ਮਨ ਵਿੱਚ ਇਹੀ ਇੱਛਾ ਰੱਖ ਕੇ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ। ਮੇਰੇ ਪਤੀ ਦੇ ਇਸ ਸ਼ਬਦ ਨੇ ਮੇਰਾ ਖੂਨ ਉਬਾਲ ਦਿੱਤਾ ਕਿ ਪਹਿਲਾਂ ਦੀਆਂ ਮੁਸ਼ਕਲਾਂ ਘੱਟ ਸੀ ਜੋ ਹੁਣ ਮੇਰੇ ਸਿਰ ਤੇ ਸੌਤਨ ਵੀ ਲਿਆਉਣਾ ਚਾਹੁੰਦੇ ਨੇ। ਮੈਂ ਉਹਨਾਂ ਨੂੰ ਸਮਝਾਉਣ ਲੱਗ ਪਈ, ਪਰ ਉਲਟੀ ਸੋਚ ਵਾਲਾ ਮੇਰੀ ਕਿੱਥੇ ਸੁਣੇਗਾ। ਮੈਂ ਉਸ ਰਾਤ ਬਹੁਤ ਰੋਈ। ਮੈਂ ਆਪਣੀ ਜ਼ਿੰਦਗੀ ਨੂੰ ਬੋਝ ਸਮਝਣ ਲੱਗ ਪਈ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਆਪਣੇ ਆਪ ਨੂੰ ਇਸ ਦੁਨੀਆ ਤੋਂ ਮੁਕਤ ਕਰ ਲਵਾਂ, ਪਰ ਜਦੋਂ ਆਪਣੀਆਂ ਧੀਆਂ ਦਾ ਖਿਆਲ ਆਇਆ ਤਾਂ ਇਸ ਇਰਾਦੇ ਨੂੰ ਭੁੱਲ ਗਈ। ਜਦੋਂ ਸਵੇਰ ਹੋਈ ਤਾਂ ਮੇਰਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ। ਪਹਿਲਾਂ ਤਾਂ ਪਤੀ ਨੇ ਧਿਆਨ ਨਹੀਂ ਦਿੱਤਾ, ਪਰ ਜਦੋਂ ਮੇਰੀ ਸਿਹਤ ਵਿਗੜਨ ਲੱਗੀ ਤਾਂ ਉਹ ਮੈਨੂੰ ਡਾਕਟਰ ਕੋਲ ਲੈ ਗਿਆ। ਮੈਂ ਹੈਰਾਨ ਰਹਿ ਗਈ ਜਦੋਂ ਡਾਕਟਰ ਨੇ ਕਿਹਾ ਕਿ ਤੁਸੀਂ ਮਾਂ ਬਣਨ ਵਾਲੇ ਹੋ। ਉਸ ਦੀਆਂ ਗੱਲਾਂ ਮੈਨੂੰ ਕੋਈ ਖੁਸ਼ੀ ਨਹੀਂ ਦੇ ਰਹੀਆਂ ਸੀ, ਉਲਟਾ ਉਹ ਮੇਰੀਆਂ ਮੁਸੀਬਤਾਂ ਵਧਾ ਰਹੀਆਂ ਸੀ। ਮੇਰੇ ਪਤੀ ਨੇ ਅੱਜ ਰਾਤ ਮੁੰਬਈ ਵਾਪਸ ਜਾਣਾ ਸੀ। ਇਹ ਖਬਰ ਸੁਣ ਕੇ ਉਹ ਚੁੱਪਚਾਪ ਮੈਨੂੰ ਘਰ ਲੈ ਆਇਆ। ਘਰ ਲਿਆ ਕੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, ਜੇਕਰ ਤੁਸੀਂ ਇਸ ਵਾਰ ਪੁੱਤਰ ਨੂੰ ਜਨਮ ਦਿੰਦੇ ਹੋ ਤਾਂ ਠੀਕ ਹੈ, ਨਹੀਂ ਤਾਂ ਜੇਕਰ ਤੁਸੀਂ ਧੀ ਨੂੰ ਜਨਮ ਦਿੰਦੇ ਹੋ ਮਾਰ ਦਿਓ ਜਾਂ ਫਿਰ ਜਿੰਦਾ ਦਫਨਾ ਦਿਓ।
ਪਰ ਉਸ ਨੂੰ ਇਸ ਘਰ ਵਿੱਚ ਨਾ ਲਿਆਇਓ। ਜੇਕਰ ਮੇਰੇ ਸ਼ਬਦਾਂ ਦੇ ਵਿਰੋਧ ਗਈ ਤਾਂ ਮੈਂ ਤੁਹਾਡੀਆਂ 5 ਧੀਆਂ ਨੂੰ ਅਜਿਹੀ ਥਾਂ ਭੇਜਾਂਗਾ ਜਿੱਥੋਂ ਤੁਸੀਂ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਮਿਲ ਸਕੋਗੇ। ਮੈਂ ਆਪਣੇ ਪਤੀ ਦੀ ਸ਼ਰਤ ਸੁਣ ਕੇ ਦੰਗ ਰਹਿ ਗਈ। ਰਮੇਸ਼ ਮੁੰਬਈ ਚਲਾ ਗਿਆ ਸੀ। ਡਰ ਵਿੱਚ ਜੀ ਰਹੀ ਸੀ। ਜਿਉਂ-ਜਿਉਂ ਸਮਾਂ ਨੇੜੇ ਆ ਰਿਹਾ ਸੀ, ਮੇਰਾ ਦਿਲ ਧੜਕ ਰਿਹਾ ਸੀ। ਮੈਂ ਹਰ ਵੇਲੇ ਅਰਦਾਸ ਕਰਦੀ ਸੀ ਕਿ ਇਸ ਵਾਰ ਮੈਨੂੰ ਪੁੱਤਰ ਮਿਲ ਜਾਵੇ। ਮੇਰੇ ਘਰ ਇੱਕ ਹੋਰ ਧੀ ਹੋਣ ਦਾ ਮਤਲਬ ਕਿ ਬਾਕੀ 5 ਧੀਆਂ ਨੂੰ ਵੀ ਗਵਾ ਦੇਣਾ ਸੀ। ਮੈਂ ਕਿਸੇ ਵੀ ਤਰ੍ਹਾਂ ਛੋਟੀ ਜਿਹੀ ਜਾਨ ਨੂੰ ਮੌਤ ਦੇ ਘਾਟ ਨਹੀਂ ਉਤਾਰਨਾ ਚਾਹੁੰਦੀ ਸੀ। ਸਮਾਂ ਬੀਤ ਗਿਆ ਤੇ ਮੈਂ ਰੱਬ ਅੱਗੇ ਅਰਦਾਸ ਕਰਕੇ ਹਸਪਤਾਲ ਚਲੀ ਗਈ। ਇਸ ਵਾਰ ਮੈਨੂੰ ਸਿਰਫ ਇੱਕ ਪੁੱਤਰ ਚਾਹੀਦਾ ਸੀ, ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਵਾਰ ਫਿਰ ਮੈਂ ਇੱਕ ਧੀ ਨੂੰ ਜਨਮ ਦਿੱਤਾ। ਮੈਂ ਆਪਣੇ ਪਤੀ ਦੇ ਫੋਨ ਨੂੰ ਬਾਰ-ਬਾਰ ਕੱਟ ਕਰ ਰਹੀ ਸੀ। ਮੈਂ ਉਸ ਨੂੰ ਕੀ ਕਹਾਂਗੀ ਕਿ ਤੁਸੀਂ ਸੇਮੀ ਧੀ ਦੇ ਬਾਪ ਬਣ ਗਏ ਹੋ। ਇਹ ਮੇਰੇ ਲਈ ਬਿਲਕੁਲ ਵੀ ਅਹਿਸਾਨ ਨਹੀਂ ਸੀ। ਹੁਣ ਮੈਂ ਦਿਲ ਤੇ ਪੱਥਰ ਰੱਖ ਕੇ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਧੀ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਵਾਂਗੀ। ਮੈਂ ਇਸ ਮਾਸੂਮ ਬੱਚੇ ਨੂੰ ਮਾਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ ਤੇ ਨਾ ਹੀ ਇਸ ਨੂੰ ਜਿੰਦਾ ਦਫਨ ਕਰ ਸਕਦੀ ਸੀ। ਮੈਨੂੰ ਕੋਈ ਰਸਤਾ ਲੱਭਣਾ ਪੈਣਾ ਸੀ, ਜੋ ਸ਼ਾਇਦ ਮੇਰੇ ਲਈ ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਸੀ। ਮੈਂ ਹਸਪਤਾਲ ਤੋਂ ਬਾਹਰ ਆ ਗਈ। ਸਾਹਮਣੇ ਉਹੀ ਬਜ਼ੁਰਗ ਔਰਤ ਬੈਠੀ ਸੀ। ਤਾਂ ਨਹੀਂ ਉਸ ਵੇਲੇ ਮੇਰੇ ਮਨ ਵਿੱਚ ਕੀ ਆਇਆ ਕਿ ਮੈਂ ਉਸ ਗਰੀਬ ਔਰਤ ਨੂੰ ਆਪਣੇ ਨਾਲ ਲੈ ਕੇ ਹਸਪਤਾਲ ਤੋਂ ਦੂਰ ਕਿਸੇ ਹੋਰ ਥਾਂ ਚਲੀ ਗਈ। ਉਹ ਔਰਤ ਵੀ ਹੈਰਾਨ ਸੀ, ਪਰ ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਵੇਖਣ ਲੱਗ ਪਈ। ਥੋੜੀ ਦੇਰ ਦੀ ਚੁੱਪ ਤੋਂ ਬਾਅਦ ਉਹਨੇ ਹਾਂ ਵਿੱਚ ਸਿਰ ਹਿਲਾਇਆ ਤੇ ਮੇਰੀ ਧੀ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ। ਮੇਰਾ ਦਿਲ ਉਸ ਸਮੇਂ ਟੁਕੜਿਆਂ ਵਿੱਚ ਟੁੱਟ ਗਿਆ ਸੀ। ਮਾਂ ਲਈ ਆਪਣੇ ਬੱਚਿਆਂ ਨੂੰ ਵੱਖ ਕਰਨਾ ਆਸਾਨ ਨਹੀਂ ਹੁੰਦਾ। ਮੈਂ ਦਿਲ ਤੇ ਪੱਥਰ ਰੱਖ ਘਰ ਵਾਪਸ ਚਲੀ ਗਈ। ਘਰ ਪਹੁੰਚਦਿਆਂ ਹੀ ਰਮੇਸ਼ ਦੇ ਫੋਨ ਦੀ ਘੰਟੀ ਵੱਜੀ। ਸ਼ਾਇਦ ਉਹ ਮੇਰੇ ਜਵਾਬ ਦੀ ਉਡੀਕ ਕਰ ਰਿਹਾ ਸੀ। ਮੈਂ ਡਰਦਿਆਂ ਉਸ ਨੂੰ ਕਿਹਾ ਕਿ ਮੈਂ ਫਿਰ ਇੱਕ ਧੀ ਨੂੰ ਜਨਮ ਦਿੱਤਾ ਹੈ। ਇਸ ਦੇ ਜਵਾਬ ਵਿੱਚ ਰਮੇਸ਼ ਨੇ ਕੁਝ ਨਹੀਂ ਕਿਹਾ ਤੇ ਫੋਨ ਕੱਟ ਦਿੱਤਾ। ਸਮਾਂ ਬੀਤਦਾ ਗਿਆ ਤੇ ਰਮੇਸ਼ ਨੂੰ 3 ਸਾਲ ਬੀਤ ਗਏ। ਇਸ ਦੌਰਾਨ ਉਹ ਇੱਕ ਵਾਰ ਵੀ ਵਾਪਸ ਨਹੀਂ ਆਇਆ ਤੇ ਨਾ ਹੀ ਉਸਨੇ ਕਦੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਹਰ ਮਹੀਨੇ ਪੈਸੇ ਭੇਜ ਦਿੰਦਾ ਸੀ, ਜਿਸ ਨਾਲ ਮੇਰਾ ਤੇ ਮੇਰੀਆਂ ਧੀਆਂ ਦਾ ਗੁਜ਼ਾਰਾ ਚੱਲਦਾ ਸੀ। ਮੈਨੂੰ ਦੁਬਾਰਾ ਉਹ ਗਰੀਬ ਔਰਤ ਕਦੇ ਵੀ ਨਜ਼ਰ ਨਹੀਂ ਆਈ ਤੇ ਮੇਰੇ ਨਾਲ ਮੇਰੀਆਂ 5 ਧੀਆਂ ਮੌਜੂਦ ਸੀ। ਪਰ ਮੈਂ ਉਸ ਧੀ ਬਾਰੇ ਸੋਚਦੀ ਰਹਿੰਦੀ ਸੀ ਜੋ ਮੈਂ 3 ਸਾਲ ਪਹਿਲਾਂ ਇੱਕ ਗਰੀਬ ਔਰਤ ਨੂੰ ਦੇ ਦਿੱਤੀ ਸੀ। ਹੁਣ ਲੋਕ ਵੱਖੋ ਵੱਖਰੀਆਂ ਗੱਲਾਂ ਕਰਨ ਲੱਗੇ। ਕੁਝ ਨੇ ਕਿਹਾ ਕਿ ਰਮੇਸ਼ ਨੇ ਮੁੰਬਈ ਵਿੱਚ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ ਹੈ। ਮੇਰੇ ਭਤੀਜੇ ਦੱਸ ਰਹੇ ਸੀ ਕਿ ਰਮੇਸ਼ ਦੀ ਦੂਜੀ ਪਤਨੀ ਦਾ ਇੱਕ ਪੁੱਤਰ ਹੈ। ਉਹਨਾਂ ਲੋਕਾਂ ਦੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸੀ। ਜਦੋਂ ਵੀ ਮੈਂ ਆਪਣੇ ਪਤੀ ਨੂੰ ਫੋਨ ਕਰਦੀ ਤਾਂ ਉਹ ਮੇਰਾ ਫੋਨ ਨਹੀਂ ਚੁੱਕਦੇ ਸੀ। ਹੁਣ ਤਾਂ ਉਸਨੇ ਪੈਸੇ ਭੇਜਣੇ ਵੀ ਬੰਦ ਕਰ ਦਿੱਤੇ ਸੀ। ਹੁਣ ਭੀਖ ਮੰਗਣ ਦਾ ਸਮਾਂ ਆ ਗਿਆ ਸੀ। ਜਦੋਂ ਘਰ ਦਾ ਸਾਰਾ ਖਾਣ ਪੀਣ ਖਤਮ ਹੋ ਗਿਆ ਤਾਂ ਮੈਂ ਖੁਦ ਕੰਮ ਕਰਨ ਦਾ ਫੈਸਲਾ ਕਰ ਲਿਆ। ਮੈਂ ਜਿੱਥੇ ਵੀ ਕੰਮ ਮੰਗਣ ਜਾਂਦੀ ਤਾਂ ਲੋਕ ਮੇਰਾ ਮਜ਼ਾਕ ਉਡਾਉਂਦੇ ਕਿ ਪਤੀ ਮੁੰਬਈ ਵਿੱਚ ਲੱਖਾਂ ਦੀ ਕਮਾਈ ਕਰ ਰਿਹਾ ਏ ਤੇ ਪਤਨੀ ਘਰਾਂ ਵਿੱਚ ਨੌਕਰੀ ਲੱਭ ਰਹੀ ਹੈ। ਪਤੀ ਨੂੰ ਉਡੀਕਦਿਆਂ 18 ਸਾਲ ਬੀਤ ਚੁੱਕੇ ਸੀ। ਮੈਂ ਆਪਣੀਆਂ 3 ਧੀਆਂ ਦਾ ਵਿਆਹ ਕਰ ਦਿੱਤਾ ਸੀ। 18 ਸਾਲ ਮੈਂ ਝਾੜੂ ਪੋਚਾ ਮਾਰ ਕੇ ਆਪਣੀਆਂ ਧੀਆਂ ਦਾ ਪਾਲਣ ਪੋਸ਼ਣ ਕੀਤਾ ਸੀ, ਜਦ ਕਿ ਪਤੀ ਨੇ ਇਸ ਦੌਰਾਨ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਸੀ। ਸੋਮਵਾਰ ਦਾ ਦਿਨ ਸੀ। ਜਦੋਂ ਮੈਂ ਪੂਜਾ ਕਰ ਰਹੀ ਸੀ, ਅਚਾਨਕ ਦਰਵਾਜ਼ੇ ਤੇ ਦਸਤਕ ਹੋਈ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਇੱਕ ਪਲ ਲਈ ਸਦਮੇ ਵਿੱਚ ਚਲੀ ਗਈ। ਮੇਰਾ ਪਤੀ ਰਮੇਸ਼ 18 ਸਾਲ ਬਾਅਦ ਮੇਰੇ ਸਾਹਮਣੇ ਖੜਾ ਸੀ। ਮੈਨੂੰ ਵੇਖ ਕੇ ਉਹ ਥੋੜਾ ਜਿਹਾ ਮੁਸਕਰਾਇਆ ਤੇ ਅੰਦਰ ਆ ਗਿਆ, ਜਿਵੇਂ ਉਹ ਘਰ ਆਇਆ ਹੋਵੇ। ਮੇਰੇ ਨਾਲ ਕੋਈ ਗੱਲ ਕੀਤੇ ਬਿਨਾ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਮੈਂ ਹੁਣ ਹਮੇਸ਼ਾ ਲਈ ਕਸ਼ਮੀਰ ਵਾਪਸ ਆ ਗਿਆ ਹਾਂ ਤੇ ਹੁਣ ਸਾਰਾ ਕਾਰੋਬਾਰ ਇੱਥੇ ਹੀ ਕਰਾਂਗਾ। ਮੈਨੂੰ ਹੈਰਾਨੀ ਹੋਈ
ਜਦੋਂ ਉਸਨੇ ਕਿਹਾ ਕਿ ਮੈਂ ਪਿਛਲੇ 2 ਮਹੀਨਿਆਂ ਤੋਂ ਕਸ਼ਮੀਰ ਆਇਆ ਹੋਇਆ ਹਾਂ, ਮੈਂ ਚੁੱਪਚਾਪ ਉਹਦੀਆਂ ਗੱਲਾਂ ਸੁਣਦੀ ਰਹੀ। ਉਸਨੇ ਬੈਗ ਵਿੱਚੋਂ ਕੱਪੜੇ ਕੱਢੇ ਤੇ ਫਰੈਸ਼ ਹੋਣ ਲਈ ਚਲਾ ਗਿਆ। 18 ਸਾਲਾਂ ਵਿੱਚ ਮੈਨੂੰ ਰਮੇਸ਼ ਤੋਂ ਬਿਨਾਂ ਰਹਿਣ ਦੀ ਆਦਤ ਪੈ ਗਈ ਸੀ, ਪਰ ਤਕਲੀਫ ਉਦੋਂ ਹੋਈ ਜਦੋਂ ਉਸਨੇ ਆ ਕੇ ਇੱਕ ਵਾਰ ਵੀ ਆਪਣੀਆਂ ਧੀਆਂ ਬਾਰੇ ਨਹੀਂ ਪੁੱਛਿਆ ਤੇ ਨਾ ਹੀ ਮੈਨੂੰ ਪੁੱਛਿਆ ਕਿ ਮੈਂ ਉਹਨਾਂ ਦਾ 18 ਸਾਲਾਂ ਵਿੱਚ ਕਿਵੇਂ ਪਾਲਣ ਪੋਸ਼ਣ ਕੀਤਾ। ਸ਼ਾਇਦ ਇੱਥੇ ਵੀ ਮੈਨੂੰ ਹੀ ਸਬਰ ਕਰਨਾ ਪਿਆ ਸੀ। ਰਮੇਸ਼ ਨੇ ਬਾਹਰ ਆ ਕੇ ਅਜਿਹਾ ਸ਼ਬਦ ਬੋਲਿਆ, ਉਹ ਸੁਣ ਕੇ ਮੇਰਾ ਸਾਹ ਰੁਕ ਗਿਆ। ਉਹ ਕਹਿਣ ਲੱਗਾ ਕਿ ਉਸਨੂੰ ਇੱਕ ਕੁੜੀ ਪਸੰਦ ਆਈ ਹੈ, ਉਸਦਾ ਨਾਂ ਰਾਣੀ ਹੈ ਤੇ ਅਗਲੇ ਸੋਮਵਾਰ ਉਸਦਾ ਰਾਣੀ ਨਾਲ ਵਿਆਹ ਹੈ। ਉਹ ਮੈਨੂੰ ਇਹ ਸਭ ਕੁਝ ਦੱਸ ਕੇ ਘਰੋਂ ਚਲਾ ਗਿਆ। ਮੈਂ ਉਸਨੂੰ ਜਾਂਦਾ ਵੇਖਦੀ ਰਹੀ ਕਿ ਕੋਈ ਇਸ ਹੱਦ ਤੱਕ ਵੀ ਲਾਪਰਵਾਹ ਹੋ ਸਕਦਾ ਏ। ਉਸਦੀਆਂ ਧੀਆਂ ਉਸਦੇ ਪਿਆਰ ਲਈ ਤਰਸਦੀਆਂ ਸੀ, ਪਰ ਉਸਨੇ ਉਹਨਾਂ ਦੀ ਕਦੇ ਪਰਵਾਹ ਨਹੀਂ ਕੀਤੀ। ਸੋਮਵਾਰ ਵੀ ਆ ਗਿਆ, ਘਰ ਨੂੰ ਦੁਲਹਨ ਵਾਂਗ ਸਜਾਇਆ ਗਿਆ। ਮੇਰੀਆਂ ਧੀਆਂ ਚੁੱਪਚਾਪ ਇੱਕ ਕਮਰੇ ਵਿੱਚ ਬੈਠ ਗਈਆਂ। ਉਹਨਾਂ ਨੂੰ ਇਸ ਵਿਆਹ ਵਿੱਚ ਕੋਈ ਦਿਲਚਸਪੀ ਨਹੀਂ ਸੀ। ਰਮੇਸ਼ ਬਹੁਤ ਖੁਸ਼ ਸੀ। ਉਸਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਰਾਣੀ ਆਪਣੀ ਮਾਂ ਨਾਲ ਇੱਥੇ ਆ ਰਹੀ ਹੈ, ਇੱਥੇ ਉਹ ਵਿਆਹ ਕਰਨਗੇ ਤੇ ਫਿਰ ਅਗਲੇ ਹਫ਼ਤੇ ਮੈਂ ਰਾਣੀ ਨਾਲ ਮੁੰਬਈ ਵਾਪਸ ਚਲਾ ਜਾਵਾਂਗਾ। ਮੇਰਾ ਸਬਰ ਹੁਣ ਖਤਮ ਹੋ ਗਿਆ ਸੀ, ਪਰ ਮੇਰਾ ਸਭ ਤੋਂ ਵਧੀਆ ਜਵਾਬ ਚੁੱਪ ਰਹਿਣਾ ਸੀ। ਜਦੋਂ ਮੈਂ ਚੁੱਪਚਾਪ ਸਿਰ ਝੁਕਾ ਕੇ ਉਸਦੇ ਕਮਰੇ ਵਿੱਚ ਗਈ ਤਾਂ ਉਹ ਕੁੜੀ ਮੇਰੇ ਸਾਹਮਣੇ ਬੈਠੀ ਸੀ, ਜਿਸ ਨਾਲ ਰਮੇਸ਼ ਦਾ ਵਿਆਹ ਹੋਣ ਵਾਲਾ ਸੀ। ਉਸਨੂੰ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਕੁੜੀ ਦੀ ਉਮਰ 17-18 ਸਾਲ ਸੀ, ਜੋ ਬਾਰ-ਬਾਰ ਮੇਰੇ ਵੱਲ ਵੇਖ ਰਹੀ ਸੀ। ਦੂਜੇ ਪਾਸੇ ਮੇਰਾ ਪਤੀ ਉਸ ਲੜਕੀ ਦੀ ਮਾਂ ਨੂੰ ਪੈਸੇ ਫੜਾਉਂਦੇ ਹੋਏ ਤਾਂ ਨਹੀਂ ਕੀ ਗੱਲ ਕਰ ਰਿਹਾ ਸੀ। ਅੱਜ ਪੈਸਿਆਂ ਦੇ ਲਾਲਚ ਵਿੱਚ ਇੱਕ ਔਰਤ ਨੂੰ ਮਾਸੂਮ ਬੱਚੀ ਦਾ ਮੂੰਹ ਨਹੀਂ ਦਿਸ ਰਿਹਾ ਸੀ। ਫਿਰ ਰਮੇਸ਼ ਦੇ ਮੋਬਾਈਲ ਦੀ ਘੰਟੀ ਵੱਜੀ ਤੇ ਉਹ ਚੁੱਪਚਾਪ ਕਮਰੇ ਤੋਂ ਬਾਹਰ ਚਲਾ ਗਿਆ। ਜਦੋਂ ਮੈਂ ਉਸ ਕੁੜੀ ਦੀ ਮਾਂ ਨੂੰ ਵੇਖਿਆ ਤਾਂ ਮੈਨੂੰ ਲੱਗਾ ਕਿ ਮੈਂ ਉਸਨੂੰ ਪਹਿਲਾਂ ਕਿਤੇ ਮਿਲ ਚੁੱਕੀ ਹਾਂ, ਪਰ ਕਿੱਥੇ, ਇਹ ਮੈਨੂੰ ਯਾਦ ਨਹੀਂ ਆ ਰਿਹਾ ਸੀ। ਉਹ ਔਰਤ ਵੀ ਬਾਰ-ਬਾਰ ਮੇਰੇ ਵੱਲ ਵੇਖ ਰਹੀ ਸੀ। ਮੈਂ ਆਪਣੇ ਮਨ ਤੇ ਜ਼ੋਰ ਦੇ ਕੇ ਤੇਜ਼ੀ ਨਾਲ ਕਮਰੇ ਤੋਂ ਬਾਹਰ ਆ ਗਈ। ਪੰਡਿਤ ਵੀ ਆ ਗਿਆ ਸੀ। ਫਿਰ ਮੇਰੇ ਮਨ ਵਿੱਚ ਖਿਆਲ ਆਇਆ ਤੇ ਮੇਰੇ ਹੋਸ਼ ਉੱਡ ਗਏ। ਹੁਣ ਕਿਹੋ ਜਿਹੀ ਮੁਸੀਬਤ ਟੁੱਟਣੀ ਸੀ। ਮੇਰਾ ਸਰੀਰ ਸੁੰਨ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਮੈਂ ਅੰਦਰ ਆਈ ਤੇ ਜਾ ਕੇ ਰਾਣੀ ਦੀ ਮਾਂ ਨੂੰ ਫੜ ਕੇ ਆਪਣੇ ਸਾਹਮਣੇ ਕਰ ਲਿਆ ਤੇ ਮੈਂ ਉਸ ਨੂੰ ਵੇਖ ਕੇ ਕਿਹਾ, ਤੁਸੀਂ ਉਹੀ ਔਰਤ ਹੋ ਨਾ ਜਿਸ ਨੂੰ ਮੈਂ ਆਪਣੀ ਧੀ ਦਿੱਤੀ ਸੀ। ਮੇਰੀ ਗੱਲ ਸੁਣ ਕੇ ਉਹ ਔਰਤ ਹੱਕੀ ਬੱਕੀ ਰਹਿ ਗਈ ਤੇ ਕਹਿਣ ਲੱਗੀ, ਹਾਂ ਮੈਂ ਉਹੀ ਹਾਂ, ਪਰ ਤੁਸੀਂ ਕੌਣ ਹੋ? ਰਮੇਸ਼ ਸਵਾਲੀਆ ਨਜ਼ਰਾਂ ਨਾਲ ਸਾਡੇ ਵੱਲ ਵੇਖ ਰਿਹਾ ਸੀ। ਮੈਂ ਗੁੱਸੇ ਨਾਲ ਕਿਹਾ ਕਿ ਮੈਂ ਉਹੀ ਔਰਤ ਹਾਂ ਜਿਸ ਨੇ 18 ਸਾਲ ਪਹਿਲਾਂ ਆਪਣੇ ਇਸੇ ਪਤੀ ਦੇ ਡਰ ਤੋਂ ਆਪਣੀ ਧੀ ਤੁਹਾਡੇ ਹਵਾਲੇ ਕੀਤੀ ਸੀ। ਇਹ ਖਬਰ ਸੁਣ ਪਾਪ ਵਾਂਗ ਲੱਗੀ। ਰਮੇਸ਼ ਘਬਰਾ ਗਿਆ ਸੀ। ਔਰਤ ਆਪਣੀ ਛਾਤੀ ਤੇ ਹੱਥ ਰੱਖ ਕੇ ਜ਼ਮੀਨ ਤੇ ਬੈਠੀ ਸੀ, ਜਦ ਕਿ ਰਾਣੀ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੀ। ਜਦੋਂ ਰਮੇਸ਼ ਨੂੰ ਹੋਸ਼ ਆਇਆ ਤਾਂ ਉਸਨੇ ਔਰਤ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਔਰਤ ਹੁਣ ਮਾਲਦਾਰ ਹੋ ਗਈ ਸੀ। ਮੇਰੀਆਂ ਗੱਲਾਂ ਨੂੰ ਸੱਚ ਮੰਨ ਗਈ ਸੀ। ਰਾਣੀ ਮੇਰੀ ਤੇ ਰਮੇਸ਼ ਦੀ ਬੇਟੀ ਸੀ। ਜੇ ਇੱਕ ਪਲ ਦੀ ਵੀ ਦੇਰੀ ਹੋ ਜਾਂਦੀ ਤਾਂ ਪਤਾ ਨਹੀਂ ਕੀ ਮੁਸੀਬਤ ਬਣ ਜਾਂਦੀ। ਰਮੇਸ਼ ਆਪਣੇ ਬਾਲਾਂ ਨੂੰ ਫੜ ਕੇ ਜ਼ਮੀਨ ਤੇ ਡਿੱਗ ਪਿਆ ਸੀ ਤੇ ਹੋਸ਼ ਆਉਂਦੇ ਹੀ ਘਰੋਂ ਬਾਹਰ ਚਲਾ ਗਿਆ। ਉਹ ਧੀਆਂ ਨੂੰ ਨਫ਼ਰਤ ਕਰਦਾ ਸੀ, ਪਰ ਜੋ ਪਾਪ ਉਹ ਕਰਨ ਜਾ ਰਿਹਾ ਸੀ ਉਹ ਬਹੁਤ ਵੱਡਾ ਪਾਪ ਸੀ। ਰਾਣੀ ਜ਼ਮੀਨ ਤੇ ਬੈਠੀ ਰੋ ਰਹੀ ਸੀ ਤੇ ਉਸਨੂੰ ਬੇਵਸ ਰੋਂਦੀ ਦੇਖ ਕੇ ਮੈਂ ਉਸਨੂੰ ਜੱਫੀ ਪਾ ਕੇ ਰੋਣ ਲੱਗ ਪਈ। ਰਮੇਸ਼ ਨੂੰ ਘਰੋਂ ਨਿਕਲੇ ਕਾਫੀ ਸਮਾਂ ਹੋ ਗਿਆ ਸੀ। 2 ਦਿਨ ਬੀਤ ਗਏ ਤੇ ਫਿਰ ਇੱਕ ਐਂਬੂਲੈਂਸ ਦਰਵਾਜ਼ੇ ਤੇ ਆਈ, ਜਿਸ ਵਿੱਚੋਂ ਰਮੇਸ਼ ਨੂੰ ਹੇਠਾਂ ਉਤਾਰ ਕੇ ਘਰ ਅੰਦਰ ਲਿਆਂਦਾ ਗਿਆ। 2 ਦਿਨ ਪਹਿਲਾਂ ਉਸਦਾ ਐਕਸੀਡੈਂਟ ਹੋਇਆ ਸੀ। ਉਸਦੀ ਇੱਕ ਲੱਤ ਟੁੱਟ ਗਈ ਸੀ। ਉਸਦੀ ਜੀਭ ਦੰਦਾਂ ਵਿੱਚ ਆ ਕੇ ਵੱਢੀ ਗਈ ਸੀ। ਉਹ ਹੁਣ ਬੋਲ ਨਹੀਂ ਸਕਦਾ ਸੀ। ਜਿਵੇਂ ਦਾ ਵੀ ਸੀ, ਮੇਰੀਆਂ ਧੀਆਂ ਦਾ ਪਿਤਾ ਸੀ। ਧੀਆਂ ਆਪਣੇ ਪਿਤਾ ਨੂੰ ਮੁਸੀਬਤ ਵਿੱਚ ਕਿੱਥੇ ਵੇਖ ਸਕਦੀਆਂ ਸੀ।
ਜਦੋਂ ਵੀ ਮੇਰੀਆਂ ਧੀਆਂ ਰਮੇਸ਼ ਦੀ ਸੇਵਾ ਕਰਦੀਆਂ ਸੀ ਉਹ ਆਪਣੀਆਂ ਅੱਖਾਂ ਨੀਵੀਆਂ ਕਰਕੇ ਰੋਣ ਲੱਗ ਜਾਂਦਾ ਸੀ। ਉਸਨੇ ਫਿਰ ਕਦੇ ਰਾਣੀ ਨਾਲ ਅੱਖ ਨਹੀਂ ਮਿਲਾਈ ਤੇ ਨਾ ਹੀ ਕਦੇ ਰਾਣੀ ਰਮੇਸ਼ ਦੇ ਸਾਹਮਣੇ ਜਾਣਾ ਚਾਹੁੰਦੀ ਸੀ। ਕੁਝ ਦਿਨਾਂ ਬਾਅਦ ਰਮੇਸ਼ ਨੇ ਆਪਣੇ ਸਾਰੇ ਪੈਸੇ ਆਪਣੀਆਂ 6 ਧੀਆਂ ਦੇ ਨਾਂ ਕਰ ਦਿੱਤੇ ਤੇ ਫਿਰ ਆਪਣੀਆਂ ਧੀਆਂ ਤੋਂ ਮਾਫੀ ਮੰਗੀ ਤੇ ਹੁਣ ਆਪਣੀਆਂ ਧੀਆਂ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਪਿਆ ਸੀ। ਸੋ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਈ ਹੋਵੇਗੀ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤਾਂ ਜੋ ਸਾਡੀ ਅਗਲੀ ਕਹਾਣੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।